Good morning, students. Today we discuss Unit 3, that is the magnetic effects of current and the magnetism. So as the which first chapter है अपना magnetic field due to the current. देखो फर्स्ट यूनिट ਸੀਗੀ ਇਲੈਕਟ੍ਰੋਸਟੈਟਿਕ ਜਿਹਦੇ ਵਿੱਚ ਕੀ ਸੀ ਚਾਰजेस ਐਟ ਰੈਸਟ ਸਟੱਡੀ ਕੀਤੇ ਸੈਕੰਡ यूनिट ਸੀ ਕਰੰਟ ਇਲੈਕਟ੍ਰਿਸਿਟੀ ਮੀਨਸ charges move ਕੀਤੇ so that's why that is a current electricity. Now third unit is a magnetic field due to the current ਦੇ ਕਾਰਨ ਜੋ magnetic field produce ਹੁੰਦਾ ਹੈ ਉਸ ਦੇ ਬਾਰੇ ਇਸ ਚੈਪਟਰ ਦੇ ਵਿੱਚ ਸਟੱਡੀ ਕਰਨਾ ਹੈ। ਸਭ ਤੋਂ ਪਹਿਲੇ ਡੈਫੀਨੇਸ਼ਨ ਹੈ ਇਲੈਕਟ੍ਰੋਮੈਗਨੈਟਿਜ਼ਮ ਉਹ ਬ੍ਰਾਂਚ ਹੈ ਫਿਜ਼ਿਕਸ ਦੀ ਜੋ ਡੀਲ ਕਰਦੀ ਹੈ ਮੈਗਨੇਟਿਜ਼ਮ ਜੀ ਮੀਨਸ ਇਲੈਕਟ੍ਰਿਕ ਕਰੰਟ ਦੇ ਕਾਰਨ ਜੋ ਮੈਗਨੈਟਿਕ ਇਫੈਕਟ ਪ੍ਰੋਡਿਊਸ ਹੁੰਦਾ ਹੈਗਾ ਦੈਟ ਬ੍ਰਾਂਚ ਆਫ ਫਿਜ਼ਿਕਸ ਜਿਸ ਦੇ ਵਿੱਚ ਸਟੱਡੀ ਹੁੰਦੀ ਹੈ ਉਸ ਨੂੰ ਕਹਿੰਦੇ ਆ ਇਲੈਕਟ੍ਰੋਮੈਗਨੇਟਿਜ਼ਮ। ਇਸ ਦੇ ਵਿੱਚ ਫਸਟ ਐਕਸਪੈਰੀਮੈਂਟ ਔਰੈਸਟਡ ਨੇ ਦਿੱਤਾ ਸੀ। ਦੇਖੋ ਔਰੈਸਟਡ ਨੇ ਇੱਕ ਐਕਸਪੈਰੀਮੈਂਟ ਦਿੱਤਾ ਸੀ ਜਿਸ ਦੇ ਵਿੱਚ ਉਸਨੇ ਕਿਹਾ ਸੀ ਕਿ ਮੈਗਨੈਟਿਕ ਦੀ ਇਹਦੇ ਵਿੱਚ ਆਪਾਂ ਨੇ ਇੱਕ ਮੈਗਨੈਟਿਕ ਨੀਡਲ ਲੈਣੀ ਹੈ ਜਿਸ ਦੇ ਵਿੱਚ ਕੀ ਹੈਗਾ ਉਸਨੇ ਕਿਹਾ ਸੀ ਕਿ ਇੱਕ ਮੈਗਨੈਟਿਕ ਨੀਡਲ ਜੋ ਹੈ ਉਹ ਫ੍ਰੀਲੀ ਰੋਟੇਟ ਕਰਦੀ ਹੈ ਤੇ ਇੱਕ ਮੈਗਨੈਟਿਕ ਵਾਇਰ ਲਿੱਤੀ AB ਵਾਇਰ ਠੀਕ ਹੈ ਔਰ ਉਸ ਦੇ ਵਿੱਚ ਉਸਨੇ टू वेज ਦੇ ਵਿੱਚ ਉਸ ਨੂੰ ਡਿਸਕਸ ਕੀਤਾ। ਫਰਸਟਲੀ ਕਰੰਟ ਹੈ ਜਿਹੜਾ ਇੱਕ ਵਾਰ A to B ਪਾਸ ਕਰਾਇਆ ਦੈਨ ਇੱਕ ਵਾਰ ਕਰੰਟ ਫਲੋ ਕਰ ਰਿਹਾ ਹੈਗਾ B to A। ਤਾਂ ਅਗਰ ਆਪਾਂ ਫਰਸਟ ਕੇਸ ਦੇਖੀਏ ਇਸ ਵਿੱਚ ਸਰਕਟ ਕੰਪਲੀਟ ਕੀਤਾ ਹੋਏਗਾ ਕੀ ਲਗਾ ਕੇ ਠੀਕ ਹੈ। ਸਭ ਤੋਂ ਪਹਿਲਾਂ ਦੇਖੋ ਕਰੰਟ ਹੈ ਜਿਹੜਾ ਲਾਈਕ ਇਨ B ਡਾਇਗਰਾਮ ਸੌਰੀ A ਡਾਇਗਰਾਮ ਕਰੰਟ ਹੈ ਜਿਹੜਾ ਉਹ ਪਾਸ ਕਰ ਰਿਹਾ ਹੈਗਾ B to A। ਜਦੋਂ ਕਰੰਟ B to A ਜਾ ਰਿਹਾ ਹੈ ਤਾਂ ਇਸ ਦੇ ਵਿੱਚ ਡਾਇਗਰਾਮ 'ਚ ਧਿਆਨ ਨਾਲ ਦੇਖੋ ਨਾਰਥ ਪੋਲ ਹੈ ਜਿਹੜਾ ਨੀਡਲ ਦਾ ਉਹ ਡਿਫਲੈਕਟ ਕਰ ਰਿਹਾ ਹੈ ਮੀਨਸ ਨੀਡਲ ਮੈਗਨੈਟਿਕ ਨੀਡਲ ਡਿਫਲੈਕਟ ਕਰੂਗੀ ਨੀਡਲ ਦਾ ਜਿਹੜਾ ਨਾਰਥ ਪੋਲ ਹੈ ਉਹ ਡਿਫਲੈਕਟ ਕਰ ਰਿਹਾ ਟੁਵਰਡਸ ਈਸਟ ਵੱਲ। ਲੁੱਕ ਐਟ ਦਿਸ ਡਾਇਗਰਾਮ ਥੀਸ ਡਾਇਰੈਕਸ਼ਨਸ ਈਸਟ ਵੱਲ ਤੇ ਜਦੋਂ ਰਿਵਰਸ ਹੋ ਗਿਆ ਕਰੰਟ ਮੀਨਸ A to B ਜਾ ਰਿਹਾ ਹੈ ਤਾਂ ਉਸ ਟਾਈਮ ਵੀ ਨੀਡਲ ਹੈ ਜਿਹੜੀ ਉਹ ਕੀ ਹੋ ਰਹੀ ਹੈ ਡਿਫਲੈਕਟ ਹੋ ਰਹੀ ਹੈ ਤੇ ਉਸ ਟਾਈਮ ਨੀਡਲ ਡਿਫਲੈਕਸ਼ਨ ਸ਼ੋ ਕਰ ਰਹੀ ਹੈਗੀ ਵੈਸਟ ਡਾਇਰੈਕਸ਼ਨ ਵੱਲ ਠੀਕ ਹੈ। ਇਹ ਵੈਸੇ ਤੁਸੀਂ 10th ਕਲਾਸ ਦੇ ਵਿੱਚ ਪੜ੍ਹ ਚੁੱਕੇ ਹੋਗੇ ਜਸਟ ਇੱਕ ਰਿਵੀਜ਼ਨ ਹੈਗੀ ਕਿ ਮੇਨ ਕਨਸੈਪਟ ਹੈ ਜਿਹੜਾ ਉਹ ਆਪਣਾ ਅੱਗੇ ਸਟਾਰਟ ਹੋਊਗਾ ਇਹ ਜਸਟ 10th ਕਲਾਸ ਦਾ ਪੋਰਸ਼ਨ ਹੈ ਸੋ ਆਈ ਜਸਟ ਰਿਵਾਈਜ਼ ਦਿਸ। ਤੇ ਇਸ ਦੇ ਵਿੱਚ ਕੀ ਹੈਗਾ ਦੇਖੋ ਇਸ ਨੂੰ ਲਰਨ ਕਰਨ ਦਾ ਤਰੀਕਾ ਜਿਹੜਾ ਮੀਨਸ ਇਸ ਦੇ ਵਿੱਚ ਡਾਇਰੈਕਸ਼ਨ ਹੈ ਜਿਹੜੀ ਉਹ ਐਂਪੀਅਰ ਸਵਿਮਿੰਗ ਰੂਲ ਦੀ ਹੈਲਪ ਦੇ ਨਾਲ ਆਪਾਂ ਫਾਈਂਡ ਕਰ ਸਕਦੇ ਹਾਂ। ਐਂਪੀਅਰ ਸਵਿਮਿੰਗ ਰੂਲ ਦੇ ਵਿੱਚ ਦੇਖੋ ਉਹਨੇ ਕੀ ਕਿਹਾ ਸੀਗਾ ਦਿਸ ਰੂਲ ਸਟੇਟਸ ਦੈਟ ਇਫ ਵੀ ਇਮੈਜਿਨ ਅ ਮੈਨ ਸਵਿਮਿੰਗ ਅਲੋਂਗ ਅ ਵਾਇਰ ਇਨ ਦ ਡਾਇਰੈਕਸ਼ਨ ਆਫ ਫਲੋ ਆਫ ਕਰੰਟ ਲੁੱਕ ਐਟ ਦਿਸ ਡਾਇਗਰਾਮ ਸਪੋਜ਼ ਕੋਈ ਪਰਸਨ ਸਵਿਮਿੰਗ ਕਰ ਰਿਹਾ ਹੈ ਤੇ ਆਪਾਂ ਨੇ ਉਹਦੀ ਜਿਹੜੀ ਸਪੋਜ਼ ਉਹਦਾ ਕਰੰਟ ਹੈ ਜਿਹੜਾ ਕਰੰਟ ਦੀ ਡਾਇਰੈਕਸ਼ਨ ਦੇ ਵਿੱਚ ਆਪਾਂ ਉਸ ਨੂੰ ਸ਼ੋ ਕੀਤਾ ਕਿ ਸਵਿਮਰ ਹੈ ਜਿਹੜਾ ਸਵਿਮਿੰਗ ਕਰ ਰਿਹਾ ਸਾਊਥ ਟੂ ਨਾਰਥ ਤਾਂ ਇਸ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਹੈ ਜਿਹੜੀ ਉਹ ਸਾਊਥ ਟੂ ਨਾਰਥ ਜਾ ਰਹੀ ਹੈ ਤੇ ਉੱਪਰ ਆਪਾਂ ਨੇ ਕਿਹਾ ਕਿ ਜਦੋਂ ਸਾਊਥ ਟੂ ਨਾਰਥ ਜਾਂਦਾ ਹੈ ਤਾਂ ਜਿਹੜੀ ਡਿਫਲੈਕਸ਼ਨ ਹੈ ਉਹ ਹਮੇਸ਼ਾ ਵੈਸਟ ਸਾਈਡ ਵੱਲ ਹੁੰਦੀ ਹੈ। ਤਾਂ ਇਸ ਕੇਸ ਤੁਸੀਂ ਕਿੱਦਾਂ ਐਂਪੀਅਰ ਸਵਿਮਿੰਗ ਰੂਲ ਦੀ ਹੈਲਪ ਦੇ ਨਾਲ ਡਾਇਰੈਕਸ਼ਨ ਫਾਈਂਡ ਆਊਟ ਕਰ ਸਕਦੇ ਹੋਗੇ ਤੇ ਡਿਫਲੈਕਸ਼ਨ ਹੈ ਜਿਹੜੀ ਜਿੱਦਾਂ ਸਵਿਮਰ ਦਾ ਲੈਫਟ ਹੈਂਡ ਹੋਊਗਾ ਉਸ ਸਾਈਡ ਕੀ ਹੋਊਗੀ ਡਿਫਲੈਕਸ਼ਨ ਹੋਊਗੀ। ਦੇਖੋ ਇਸ ਦੇ ਵਿੱਚ ਲਿਖਿਆ ਹੋਇਆ ਹੈ with his face always turn towards the needle such that the current enters his feet and leaves his hand। ਫੀਟ ਤੋਂ ਐਂਟਰ ਕਰ ਰਿਹਾ ਹੈ ਹੈਡ ਤੇ ਲੀਵ ਕਰ ਰਿਹਾ ਹੈ ਤਾਂ ਜੋ ਨਾਰਥ ਪੋਲ ਹੈ ਮੈਗਨੈਟਿਕ ਨੀਡਲ ਦਾ ਉਹ ਕਿਸ ਸਾਈਡ ਵੱਲ ਡਿਫਲੈਕਟ ਹੋਊਗਾ ਟੁਵਰਡਸ ਵੈਸਟ ਮੀਨਸ ਇਸ ਡਾਇਰੈਕਸ਼ਨ ਵੱਲ ਲਾਈਕ ਦਿਸ। ਸੋ ਇਸ ਨੂੰ ਹੋਰ ਰੀਕਲੈਕਟਡ ਵਰਡ ਸਨੋ ਦੀ ਹੈਲਪ ਦੇ ਨਾਲ ਆਪਾਂ ਇਸ ਨੂੰ ਲਰਨ ਕਰਨ ਦਾ ਤਰੀਕਾ ਹੈ ਸਨੋ ਦਾ ਮਤਲਬ ਕੀ ਹੈਗਾ ਕਿ ਕਰੰਟ ਫਲੋਜ਼ from south to north then deflection is towards the west। so ਐਂਪੀਅਰ ਸਵਿਮਿੰਗ ਰੂਲ ਨਾਲ ਪਤਾ ਚੱਲਦਾ ਹੈ ਤੇ ਸਨੋ ਹੈ ਜਿਹੜਾ ਉਸ ਦੇ ਨਾਲ ਤੁਸੀਂ ਕੀ ਕਰ ਸਕਦੇ ਹੋਗੇ ਇਹਨੂੰ ਲਰਨ ਕਰਨ ਦਾ ਤਰੀਕਾ ਹੈਗਾ। ਸੋ ਇਸ ਓਵਰਆਲ ਔਰੈਸਟਡ ਐਕਸਪੈਰੀਮੈਂਟ ਦਾ ਕਨਕਲੂਜਨ ਇਹੀ ਹੈ ਹੁਣ ਤੱਕ ਤੁਹਾਨੂੰ ਸਿਰਫ ਇਹੀ ਪਤਾ ਸੀ ਕਿ ਮੈਗਨੇਟਸ ਦੇ ਕਾਰਨ ਜਿਹੜਾ ਮੈਗਨੈਟਿਕ ਫੀਲਡ ਹੁੰਦਾ ਹੈਗਾ ਬਟ ਫਰੋਮ ਹੇਅਰ ਵੀ ਨੋ ਦੈਟ ਇਫ ਕਰੰਟ ਫਲੋ ਫਰੋਮ ਐਨੀ ਵਾਇਰ then there will be a production of magnetic field ਕਿ ਅਗਰ ਕਿਸੇ ਵਾਇਰ 'ਚੋਂ ਵੀ ਕਰੰਟ ਫਲੋ ਕਰਦਾ ਤਾਂ ਉੱਥੇ ਵੀ ਮੈਗਨੈਟਿਕ ਫੀਲਡ ਹੈ ਜਿਹੜਾ ਉਹ ਕੀ ਹੋਊਗਾ ਪ੍ਰੋਡਿਊਸ ਹੋਊਗਾ।
ਨੈਕਸਟ ਹੈਗਾ ਮੈਗਨੈਟਿਕ ਫੀਲਡ, ਜਿੱਦਾਂ ਤੁਹਾਨੇ ਪਿਛਲੇ ਚੈਪਟਰ 'ਚ ਪੜ੍ਹਿਆ ਇਲੈਕਟ੍ਰਿਕ ਫੀਲਡ, ਇਸ ਦੇ ਵਿੱਚ ਮੈਗਨੈਟਿਕ ਫੀਲਡ ਹੈ। ਮੈਗਨੈਟਿਕ ਫੀਲਡ ਕੀ ਹੋਊਗੀ, ਕਰੰਟ ਕਿਸੇ ਵੀ ਕਰੰਟ ਕੈਰਿੰਗ ਕੰਡਕਟਰ ਦੇ ਅਰਾਊਂਡ ਉਹ ਸਪੇਸ ਜਿੱਥੇ ਕਿ ਮੈਗਨੇਟ ਦਾ ਇਫੈਕਟ ਹੈ ਜਿਹੜਾ ਮੈਗਨੈਟਿਕ ਇਫੈਕਟ ਹੈ ਜਿਹੜਾ ਮੈਗਨੇਟ ਦਾ ਇਫੈਕਟ ਮੀਨਸ ਉਹ ਐਕਸਪੀਰੀਅੰਸ ਕਰ ਸਕਦਾ, ਜਿੱਥੋਂ ਤੱਕ ਉਸ ਮੈਗਨੇਟ ਦਾ ਅਸਰ ਰਹੂਗਾ ਉਸ ਏਰੀਏ ਨੂੰ ਕੀ ਕਹਾਂਗੇ ਆਪਾਂ, ਉਹ ਪੂਰਾ ਦਾ ਪੂਰਾ ਫੀਲਡ ਕੀ ਹੋਊਗਾ, ਮੈਗਨੈਟਿਕ ਫੀਲਡ। ਨੈਕਸਟ ਨੇ ਆਪਣੀਆਂ ਮੈਗਨੈਟਿਕ ਲਾਈਨਸ ਆਫ ਫੋਰਸ। ਮੈਗਨੈਟਿਕ ਲਾਈਨਸ ਆਫ ਫੋਰਸ ਦੇ ਵਿੱਚ ਦੇਖੋ ਕੀ ਹੈਗਾ, ਸਪੋਜ਼ ਦਿਸ ਇਜ਼ ਅ ਕਰੰਟ ਕੈਰਿੰਗ ਸਟ੍ਰੇਟ ਕੰਡਕਟਰ, ਇਸ ਦੇ ਵਿੱਚੋਂ ਕਰੰਟ ਫਲੋ ਹੋ ਰਿਹਾ, ਆਲੇ ਦੁਆਲੇ ਮੈਗਨੈਟਿਕ ਲਾਈਨਸ ਸ਼ੋ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਤੁਹਾਨੂੰ ਸਿਰਫ ਇਹ ਯਾਦ ਰੱਖਣਾ ਹੈ ਕਿ ਜੋ ਲਾਈਨਸ ਕੰਡਕਟਰ ਦੇ ਮੀਨਸ ਲਾਈਨਸ ਨੀਅਰ ਟੂ ਦ ਕੰਡਕਟਰ ਦੇ ਜਿਹੜੀਆਂ ਨੇੜੇ ਹੋਣਗੀਆਂ ਲਾਈਨਸ ਮੀਨਸ ਉਹਨਾਂ ਦਾ ਜਿਹੜਾ ਡਿਸਟੈਂਸ ਹੈ ਉਹ ਘੱਟ ਹੋਊਗਾ। ਜਿਵੇਂ ਜਿਵੇਂ ਡਿਸਟੈਂਸ ਦੂਰ ਜਾਈ ਜਾਣਗੀਆਂ ਕੰਡਕਟਰ ਤੋਂ ਵਧੀ ਜਾਊਗਾ ਤਾਂ ਮੈਗਨੈਟਿਕ ਫੀਲਡ ਲਾਈਨਸ ਨੇ ਜਿਹੜੀਆਂ ਉਹ ਵੀ ਕੀ ਹੋ ਜਾਣਗੀਆਂ, ਇਨਕਰੀਜ਼ ਹੋ ਜਾਣਗੀਆਂ। ਮੀਨਸ ਉਹਨਾਂ ਦੇ ਵਿੱਚ ਡਿਸਟੈਂਸ ਵੀ ਹੈ ਲਾਈਨਸ ਦੇ ਵਿੱਚ ਜਿਹੜਾ ਕੀ ਹੋ ਜਾਊਗਾ, ਇਨਕਰੀਜ਼ ਹੋ ਜਾਊਗਾ। ਤਾਂ ਮੀਨਸ ਇਸ ਦਾ ਓਵਰਆਲ ਕਨਕਲੂਜਨ ਇਹੀ ਹੈ ਕਿ ਜਿਹੜਾ ਕੰਡਕਟਰ ਦੇ ਨੇੜੇ ਫੀਲਡ ਹੋਊਗਾ ਮੈਗਨੈਟਿਕ ਫੀਲਡ ਉਹ ਸਟਰੋਂਗ ਹੋਊਗਾ, ਤੇ ਜਿਹੜਾ ਮੈਗਨੈਟਿਕ ਫੀਲਡ ਕੰਡਕਟਰ ਤੋਂ ਦੂਰ ਹੋਊਗਾ ਫਾਰ ਫਰੋਮ ਦ ਕੰਡਕਟਰ ਉੱਥੇ ਮੈਗਨੈਟਿਕ ਫੀਲਡ ਕੀ ਹੋਊਗਾ, ਵੀਕ ਹੋਊਗਾ। ਨੈਕਸਟ ਹੈਗਾ ਮੈਕਸਵੈਲ ਕੌਰਡ ਸਕਰੂ ਰੂਲ, ਰਾਈਟ ਹੈਂਡ ਸਕਰੂ ਰੂਲ ਤੇ ਰਾਈਟ ਹੈਂਡ ਥੰਬ ਰੂਲ। ਇਹ ਆਲਰੇਡੀ 10th ਕਲਾਸ ਤੁਸੀਂ ਪੜ੍ਹਿਆ ਹੋਇਆ ਰਾਈਟ ਹੈਂਡ ਥੰਬ ਰੂਲ। ਸਕਰੂ ਰੂਲ ਮੈਂ ਸਮਝਾ ਰਹੀ ਹਾਂ, ਇਸ ਦੇ ਵਿੱਚ ਦੇਖੋ ਕੀ ਹੈਗਾ, ਪੈਨ ਨੂੰ ਧਿਆਨ ਨਾਲ ਦੇਖੋ। ਸਕਰੂ ਦੇ ਵਿੱਚ ਦੇਖੋ ਕੀ ਹੁੰਦਾ ਹੈ, ਨੀਚੇ ਇੱਥੇ ਕੀ ਹੁੰਦੀਆਂ ਨੇਗੀਆਂ, ਰਾਊਂਡ ਸ਼ੇਪ ਸਕਰੂ ਦੇ ਵਿੱਚ ਕਾਰਕ ਸਕਰੂ ਵਾਲਾ ਜਿਹੜਾ ਪੋਰਸ਼ਨ ਹੁੰਦਾ ਹੈ ਉਹ ਆਪਾਂ ਨੂੰ ਦਿੰਦਾ ਹੈਗਾ ਕਰੰਟ ਦੀ ਡਾਇਰੈਕਸ਼ਨ, ਠੀਕ ਹੈ। ਮੀਨਸ ਕਰੰਟ ਦੀ ਕੀ ਡਾਇਰੈਕਸ਼ਨ ਹੈ, ਤੇ ਜਦੋਂ ਆਪਾਂ ਉਸਨੂੰ ਸਕਰੂ ਨੂੰ ਟਾਈਟ ਕਰਦੇ ਹਾਂ, ਜਿਵੇਂ ਜਿਵੇਂ ਉਹ ਸਕਰੂ ਟਾਈਟ ਹੁੰਦੇ ਆ ਲਾਈਨਸ ਕੀ ਹੁੰਦੀਆਂ ਨੇ, ਮੂਵ ਕਰਦੀਆਂ ਨੇ, ਤਾਂ ਮੀਨਸ ਉਹ ਅੰਦਰ ਵੱਲ ਚਲਾ ਜਾਂਦਾ। ਤਾਂ ਜਿਹੜਾ ਉਹਦਾ ਹੈਂਡਲ ਹੈ ਉਹ ਕਿਸ ਚੀਜ਼ ਦੀ ਡਾਇਰੈਕਸ਼ਨ ਦਿੰਦਾ ਆਪਾਂ ਨੂੰ, ਮੈਗਨੈਟਿਕ ਲਾਈਨਸ ਆਫ ਫੋਰਸ ਦੀ। ਸਿਮਿਲਰਲੀ ਰਾਈਟ ਹੈਂਡ ਥੰਬ ਰੂਲ ਦੇ ਵਿੱਚ, ਰਾਈਟ ਹੈਂਡ ਥੰਬ ਰੂਲ ਦੇ ਵਿੱਚ ਕੀ ਹੈ, ਕਰੰਟ ਕੈਰਿੰਗ ਕੰਡਕਟਰ ਹੈਗਾ, ਠੀਕ ਹੈ। ਅਗਰ ਆਪਾਂ ਆਪਣਾ ਰਾਈਟ ਹੈਂਡ ਥੰਬ ਰੂਲ ਦੇ ਵਿੱਚ ਦੇਖੀਏ, ਸਪੋਜ਼ ਦਿਸ ਇਜ਼ ਅ ਕੰਡਕਟਰ ਫੜਿਆ ਹੋਇਆ ਲਾਈਕ ਦਿਸ, ਠੀਕ ਹੈ। ਤਾਂ ਜਿਹੜਾ ਥੰਬ ਹੈ ਆਪਣਾ, ਥੰਬ ਕੀ ਰਿਪਰੇਜ਼ੈਂਟ ਕਰੂਗਾ, ਦੈਟ ਇਜ਼ ਇਨ ਦ ਡਾਇਰੈਕਸ਼ਨ ਆਫ ਕਰੰਟ ਦੀ ਡਾਇਰੈਕਸ਼ਨ 'ਚ ਹੋਊਗਾ। ਤਾਂ ਜੋ ਫਿੰਗਰਸ ਕਰਲ ਕੀਤੇ ਹੋਏ ਨੇ ਅੰਦਰ ਨੂੰ, ਤਾਂ ਉਹ ਡਾਇਰੈਕਸ਼ਨ ਕਿਹਦੀ ਦੇਣੀ ਆਪਾਂ ਨੂੰ, ਮੈਗਨੈਟਿਕ ਫੀਲਡ ਦੀ। ਇਹੀ ਹੈ, ਇਫ ਦ ਕਰੰਟ ਕੈਰਿੰਗ ਕੰਡਕਟਰ is imagined to be held in right hand such that the thumb points in the direction of current, then tips ਨੇ ਜੋ fingers ਦੀਆਂ ਜਿੱਧਰ ਵੱਲ encircle ਹੋਣੀਆਂ ਕੰਡਕਟਰ ਵੱਲ, ਉਹ ਆਪਾਂ ਨੂੰ ਕੀ ਦੇਣਗੀਆਂ, direction of magnetic lines of force ਜਾਂ ਫਿਰ magnetic field. Okay, now next is Bart-Savart law. This is the most important topic. Bart-Savart law, Laplace law or Ampere's law. ਇਸ law ਦੇ 3 ਨੇਮ ਨੇ ਪੇਪਰ 'ਚ। ਬਾਰਟ-ਸੈਵਰਟ ਲਾਅ ਵੀ ਆ ਸਕਦਾ ਹੈ, ਲੈਪਲੇਸ ਲਾਅ ਵੀ ਆ ਸਕਦਾ ਹੈ, ਜਾਂ ਫਿਰ ਐਂਪੀਅਰਸ ਲਾਅ ਵੀ ਆ ਸਕਦਾ ਲਿਖਿਆ ਹੋਇਆ, ਠੀਕ ਹੈ। ਬਾਰਟ ਤੇ ਸੈਵਰਟ ਨੇ ਐਕਸਪੈਰੀਮੈਂਟਲੀ ਇਹ ਚੀਜ਼ ਪ੍ਰੂਵ ਕੀਤੀ ਸੀ, ਲੈਪਲੇਸ ਦਾ ਲਾਅ ਦਿੱਤਾ ਸੀ, ਔਰ ਇਹ ਲਾਅ ਜਿਹੜਾ ਹੈ ਇਹ ਦਿੱਤਾ ਸੀਗਾ ਜਸਟ ਟੂ ਫਾਈਂਡ ਆਊਟ ਕਿਸੇ ਵੀ ਕਰੰਟ ਕੈਰਿੰਗ ਕੰਡਕਟਰ ਦੇ ਕਿਸੇ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਨੂੰ ਫਾਈਂਡ ਆਊਟ ਕਰਨ ਦੇ ਲਈ, ਡਿਟਰਮਾਈਨ ਕਰਨ ਦੇ ਲਈ। ਸੋ ਇਸ ਦਾ ਮੈਥਮੈਟੀਕਲ ਦੇਖੋ, सपोज कोई भी कंडक्टर है XY, तो दूर अपने P ऑब्जर्वेशन पॉइंट ले लिया जिथे की फाइंड करना अपने मैगनैटिक फील्ड फाइंड करना है। जॉइन दिस, ये पूरे कंडक्टर के विचों अपने स्मॉल एलीमेंट ले लिया जिसकी लेंथ कितनी ली हैगी, स्मॉल dl, इसका नेमिंग दे दो AB एंड दिस एंगल इज थीटा। Position vector, that is r vector, unit vector r cap is in the direction of p, ठीक है। सो इस दे विच की है, देखो ये थीटा एंगल है जिहड़ा ये dl ते पोजीशन वेक्टर r वेक्टर दे इन बिटवीन बन रहा है। सो इस दे विच थ्योरी लिख दिओ, let us consider a conductor xy, ठीक है, and I current is flows from this conductor and we take a small element that is a AB which having length dl, ठीक है, and p is observation point where we have to find the magnetic field. Okay, then
and this is at a distance r distance there from this element AB. Okay, now Biot-Savart ਨੇ ਕੀ ਕਿਹਾ ਸੀ ਇਸ law ਦੇ according, ਅਗਰ ਆਪਾਂ ਦੇਖੀਏ और ये लॉ है जिहड़ा यूज़ किया जाता है, मैं रिपीट कर रही हूँ, दिस लॉ इज़ यूज्ड टू फाइंड द मैगनैटिक फील्ड एट एनी पॉइंट ड्यू टू अ करंट कैरिंग कंडक्टर. सो इसने की किया सी कि जो स्मॉल मैगनैटिक फील्ड होगा स्मॉल एरिया एलिमेंट के कारण, दैट इज डायरेक्टली प्रोपोर्शनल टू फर्स्टली this area, this length of this small portion, then current that is flowing through this conductor. Third is inversely to the distance of the point P, that is the observation point where we have to find the magnetic field from this conductor. And fourth one is sine of angle between the DL and R. DL देखो DL जो है ये भी एक वैक्टर है ਤੇ R भी एक वैक्टर है. मैं ਇੱਥੇ ਵੈਕਟਰ ਨਹੀਂ ਪਾ ਰਹੀ, ਲਾਸਟ ਦੇ ਵਿੱਚ ਆਪਾਂ ਵੈਕਟਰ ਫਾਰਮ ਦੇ ਵਿੱਚ ਲਿਖਾਂਗੇ. DL ਤੇ R ਦੋਨੋਂ ਹੀ ਵੈਕਟਰ ਨੇ ਕਿਉਂਕਿ ਜੋ ਥੀਟਾ ਦੀ ਵੈਲਿਊ ਹੈ ਉਹ ਡਿਪੈਂਡ ਕਰਦੀ ਹੈ DL ਦੇ ਉੱਪਰ ਤੇ R ਦੇ ਉੱਪਰ, ਕਿਉਂਕਿ ਜਿਵੇਂ ਜਿਵੇਂ ਦੇਖੋ DL ਤੇ R ਚੇਂਜ ਹੋਣਗੇ ਥੀਟਾ ਦੀ ਵੈਲਿਊ ਜੋ ਹੈ ਉਹ ਵੀ ਕੀ ਹੁੰਦੀ ਜਾਊਗੀ, ਚੇਂਜ ਹੁੰਦੀ ਜਾਊਗੀ. ਸੋ I ਕੀ ਸੀਗਾ ਕਰੰਟ ਐਲੀਮੈਂਟ, DL ਕੀ ਹੈਗਾ ਲੈਂਥ ਹੈ ਉਸ ਐਲੀਮੈਂਟ ਦੀ, ਤਾਂ IDL ਨੂੰ ਕੀ ਲਿਖ ਸਕਦੇ ਆਪਾਂ, ਕਰੰਟ ਐਲੀਮੈਂਟ. ਓਕੇ, फर्स्ट हैगा DL ਦੇ डायरेक्टली प्रोपोर्शनल है, सेकंड करंट ਦੇ इनवर्सली प्रोपोर्शनल है जो P पॉइंट तो कंडक्टर ਦਾ डिस्टेंस है, एंड फोर्थ वन इज साइन ऑफ एंगल बिटवीन दिस DL एंड R. थर्ड वाले ਨੂੰ ਧਿਆਨ ਨਾਲ ਦੇਖੋ, मैग्नेटिक फील्ड जो है स्मॉल मैग्नेटिक फील्ड दैट इज इनवर्सली टू दिस एरिया, मीनस जिन्ना ज़्यादा डिस्टेंस, देखो अगर इसमें आप प्रैक्टिकली सोचिए कि जिन्ना ज़्यादा डिस्टेंस ऑब्जरवेशन पॉइंट का जिथे आप मैगनैटिक फील्ड फाइंड करना है, जिन्ना ज़्यादा ये P पॉइंट दूर जाई जाऊगा फार फ्रॉम दिस कंडक्टर, मीनस मैगनैटिक फील्ड की स्ट्रेंथ है जी की होंदी जाऊगी, डिक्रीज होंदी जाऊगी. जिमें जिमें ये P पॉइंट नेड़े आंदा जाऊगा तो मैगनैटिक फील्ड का जो एरिया है मीनस उसकी स्ट्रेंथ जो है वो भी की होंदी जाऊगी, बढ़ती जाऊगी. So after combining all these equations we get dB directly proportional to IDL upon R square into sine of theta. So here after removing the proportionality we take a constant K IDL sine of theta upon R square. This K is a constant of proportionality और ये K ਦੀ जो value है ये depend करूगी कि कंडक्टर ਦੇ ਵਿੱਚ ਤੇ P ਪੁਆਇੰਟ ਦੇ ਵਿੱਚ ਜਿੱਥੇ ਆਪਾਂ ਨੇ ਮੈਗਨੈਟਿਕ ਫੀਲਡ ਫਾਈਂਡ ਕਰਨਾ ਹੈ ਉਸ ਦੇ ਵਿੱਚ, ਤੇ ਕੰਡਕਟਰ ਦੇ ਵਿੱਚ ਜੋ ਮੀਡੀਅਮ ਹੈ ਉਸ ਦੇ ਉੱਪਰ ਡਿਪੈਂਡ ਕਰੂਗੀ K ਦੀ ਵੈਲਿਊ. ਸੋ ਅਗਰ ਬਣ ਗਈ ਆਪਣੀ ਮੇਨ ਇਕੁਏਸ਼ਨ dB is equals to K IDL sin theta upon R square. This is equation number 1. So देखो ये जो K है इसकी SI सिस्टम ਦੇ ਵਿੱਚ ਇਸ ਦੀ ਵੈਲਿਊ ਹੁੰਦੀ ਹੈ K is equals to mu naught upon 4 pi. mu naught ਜੋ ਹੈ this is the absolute magnetic permeability of the free space. ਜਿੱਦਾਂ epsilon naught ਤੇ epsilon ਪੜ੍ਹੇ ਸੀ, similarly mu naught is the absolute magnetic permeability of free space ਔਰ ਇਸ ਦੀ ਵੈਲਿਊ ਹੁੰਦੀ ਹੈ 4 pi into 10 raised to power minus 7. ਓਕੇ, ਔਰ CGS ਦੇ ਵਿੱਚ ਇਸ ਦੀ ਵੈਲਿਊ ਹੁੰਦੀ ਹੈ just only 1. ਹੁਣ ਦੇਖੋ ਧਿਆਨ ਨਾਲ, ਅਗਰ ਇਹ ਦੋਨੋਂ ਵੈਲਿਊਜ਼ ਉੱਪਰ ਇਕੁਏਸ਼ਨ 1 ਦੇ ਵਿੱਚ ਪੁੱਟ ਕਰੀਏ ਤਾਂ DB ਦੀ ਵੈਲਿਊ ਕਿੰਨੀ ਆਊਗੀ, ਅਗਰ SI ਸਿਸਟਮ ਦੇ ਅਕੋਰਡਿੰਗ ਦੇਖੀਏ that is a 4 pi into 10 raised to power minus 7 IDL sin theta upon R square. ਤੇ ਜੇਕਰ CGS ਸਿਸਟਮ ਦੇ ਵਿੱਚ ਦੇ ਅਕੋਰਡਿੰਗ ਪੁੱਟ ਕਰੀਏ so this is IDL sin of theta upon R square. Okay, now we find the units ਕਿੱਦਾਂ find ਕਰੋਗੇ, ਦੇਖੋ ਆਪਾਂ ਐਪਸਾਈਲਨ ਨੋਟ ਦੀ units find out ਕਰਨੀਆਂ ਨੇ. so dB is equals to mu naught 4 pi ਤਾਂ constant ਹੀ ਹੈ, so IDL upon R square. ਇੱਥੋਂ ਪੁੱਟ ਕੱਢੋ values,
म्यू नॉट दी वैल्यूज म्यू नॉट दी जो यूनिट्स कटोगे तो बन जाऊगा dB इंटू आर स्क्वायर अपॉन IDL। सो dB इज अ मैगनैटिक फील्ड दी यूनिट्स होंदियां ने टेस्ला। अगे करांगे आपां फिलहाल दे लिए ऐसा याद रख लो टेस्ला इंटू आर मीनस मीटर डिस्टेंस है मीटर स्क्वायर ते दी एम्पीयर इंटू लेंथ दी मीटर ना मीटर कैंसल सो वी गेट टेस्ला मीटर एम्पीयर इनवर्स। ओके ये यूनिट्स हो गई और 1 टेस्ला जो है वो हमेशा होंदा हैगा 1 वैबर पर मीटर स्क्वायर दे इक्वल। सो एक ही बन जाऊगा वैबर मीटर इनवर्स एम्पीयर इनवर्स क्योंकि एक मीटर की हो गया कैंसल आउट हो गया। ओके नाउ अपन ने वैल्यूज पुट कीतियां सी 2 इक्वेशंस बन गई सी अपनियां SI के अकॉर्डिंग ते CGS के अकॉर्डिंग। ओके इत्थे 4 पाई इंटू 10⁻⁻7 की जगह इदा भी लिख सकते हो तुसी इसनू। सॉरी इत्थे वैल्यू मैंने पुट करती म्यू नॉट दी इत्थे आपां पुट करनी हैगी वैल्यू K दी। सो दिस इक्वेशन बिकम्स म्यू नॉट अपॉन 4 पाई आ इक्वेशन बनूगी। ओके सो नाउ आपां ने इसनू देखो मैं स्टार्टिंग च कहा सी कि DL भी वैक्टर च होगा ते R भी वैक्टर च होगा तो इसनू अगर आपां वैक्टर फॉर्म दे विच लिखिए वैक्टर फॉर्म दे विच करन लगे ये इक्वेशन की बनूगी सो वैक्टर फॉर्म दे विच लिखांगे तो ये इक्वेशन बन जूगी अपनी जो फर्स्ट इक्वेशन सी दैट इज dB वैक्टर इज इक्वल टू म्यू नॉट अपॉन 4 पाई I DL जो है उसके ऊपर भी मैं वैक्टर लगा रही हाँ साइन ऑफ थीटा अपॉन आर स्क्वायर। तो जो भी किसी चीज़ ਨੂੰ वैक्टर फॉर्म ਦੇ ਵਿੱਚ ਲਿਖਦੇ ਹਾਂ ਕਿਸੇ ਐਕਸਪ੍ਰੈਸ਼ਨ ਨੂੰ ਤਾਂ ਨਾਲ ਆਪਾਂ ਉਹਦਾ यूनिट वैक्टर भी लिखते हैं। सो वी टेक यूनिट वैक्टर दैट इज इन द डायरेक्शन ऑफ P। ओके नाउ ਹੁਣ यूनिट वैक्टर जो है +1 ਦੇ ਵਿੱਚ ਤੁਹਾਨੂੰ ਕਰਵਾਇਆ ਹੋਇਆ ਹੈ ਕਿ यूनिट वैक्टर है ਜਿਹੜਾ ਉਹ ਆਰ ਵੈਕਟਰ ਦੀ ਡਾਇਰੈਕਸ਼ਨ ਤੇ ਹੈ ਤੇ ਜੇ ਉਹਨੂੰ ਆਪਾਂ ਨੇ यूनिट वैक्टर ਨੂੰ ਵੈਕਟਰ ਦੀ ਫਾਰਮ ਦੇ ਵਿੱਚ ਲਿਖਣਾ ਹੋਵੇ ਤਾਂ ਕਿੱਦਾਂ ਲਿਖੋਗੇ ਹਮੇਸ਼ਾ ਕੀ ਹੁੰਦਾ ਹੈਗਾ ਵੈਕਟਰ is equals to उस वैक्टर ਦਾ मैग्नीट्यूड इनटू ਉਹਦਾ यूनिट वैक्टर ਤੇ यूनिट वैक्टर ਦੀ ਜੇ ਵੈਲਿਊ ਕੱਢੋ ਆਰ ਕੈਪ ਦੀ ਕੀ ਆ ਜੂਗੀ ਵੈਕਟਰਸ मैग्नीट्यूड अपॉन वैक्टर। सो ऊपर वाली इक्वेशन च पुट करो कि बन जूगा म्यू नॉट अपॉन 4 पाई IDL साइन ऑफ थीटा आर कैप की जगह आप पुट कर दो तो नीचे तो आ जाऊगा आर द क्यूब ऊपर क्या आ जाऊगा आर वैक्टर बिकॉज वैक्टर कैंसल विद मैग्नीट्यूड। सो इक्वेशन बन गई अपने को। ओके नाउ DL ते R इन्हां दोनों के विच साइन थीटा एंगल बन रहा है। सो इस इक्वेशन को आप लिख सकते हैं DB वैक्टर इज इक्वल टू म्यू नॉट अपॉन 4 पाई I एज सच नीचे आर क्यूब एज सच। देखो ध्यान नाल डायग्राम दे विच जो थीटा एंगल सी वो DL ते R दे विच बन रहा सीगा तां इनू आपां साइन थीटा जिहड़ा है नाल आपां नू डायरेक्शन भी मैंशन है तां हमेशा +1 दे विच भी किया होया है कि क्रॉस प्रोडक्ट है जिहड़ी वो हमेशा किहदे इक्वल हुंदी है AB साइन थीटा इंटू एन कैप अद्धे लिखी जाती हुंदी है। ठीक है तो इनू मैं की लिख सकती हाँ I DL वैक्टर इंटू आर वैक्टर क्योंकि जो इसनू खोलोगे तो अपने को आही इक्वेशन बन जूगी ऊपर वाली। ओके सो ये डायरेक्शन है जी DB की वो की होगी DL ते R की डायरेक्शन दे विच होगी। सो इस इक्वेशन तो आपां पता चलिया कि जी DB की डायरेक्शन है वो DL ते R की डायरेक्शन होगी क्योंकि जो DB है दिस DB वो आर दे भी ते DL दे भी दोनों दे की होगा परपेंडिकुलर होगा। तो इसकी डायरेक्शन है जी राइट हैंड स्क्रू रूल दे नाल या राइट हैंड थंब रूल की हेल्प दे नाल तुसीं फाइंड आउट कर सकते हो। मैं तुहानूं ऑलरेडी दस चुकी हाँ कि डायरेक्शन किवें फाइंड आउट करनी हैगी। सो इनू अगर आपां टोटल फाइंड आउट करना है देखो स्मॉल एरिया एलीमेंट दा स्मॉल एलीमेंट दा DL दा आपां फाइंड आउट किया मैगनैटिक फील्ड P पॉइंट के उपर इसके कारण स्मॉल एलीमेंट के कारण। तो अगर पूरे कंडक्टर का फाइंड आउट करना है तो इस इक्वेशन की कर दोगे इंटैग्रेशन करोगे। जो इंटैग्रेशन करोगे म्यू नॉट अपॉन 4 पाई जो है कॉन्स्टेंट है बाहर आ जाऊगा सिर्फ अपने को इंटैग्रेशन के अंदर की रहूगा IDL इंटू आर वैक्टर अपॉन आर द क्यूब। तो इस साइड भी जो इंटैग्रेशन करोगे इस साइड की बन जाऊगा अपने को B।
Okay, this law is most important law. So now next topic है अपना applications नेगियां बार्ट-सेवर्ट लॉ दियां. एप्लीकेशन ਦੇ ਵਿੱਚ ਸਭ ਤੋਂ ਪਹਿਲੀ ਐਪਲੀਕੇਸ਼ਨ ਹੈ ਮੈਗਨੈਟਿਕ ਫੀਲਡ ਡਿਊ ਟੂ ਅ ਸਟ੍ਰੇਟ ਵਾਇਰ ਕੈਰਿੰਗ ਕਰੰਟ ਜਾਂ ਫਿਰ ਮੈਗਨੈਟਿਕ ਫੀਲਡ ਡਿਊ ਟੂ ਦਾ ਕਰੰਟ ਫਲੋਇੰਗ ਇਨ ਅ ਸਟ੍ਰੇਟ ਕੰਡਕਟਰ. ਦੇਖੋ ਇਹਦੇ ਵਿੱਚ ਕੀ ਹੈ, ਆਪਾਂ ਨੇ ਸਪੋਜ਼ ਸਟ੍ਰੇਟ ਕੰਡਕਟਰ ਲਿੱਤਾ, AB, this point is P, ਜਿੱਥੋਂ ਕਿ ਆਪਾਂ ਨੇ ਮੈਗਨੈਟਿਕ ਫੀਲਡ ਹੈ ਜਿਹੜਾ ਫਾਈਂਡ ਆਊਟ ਕਰਨਾ ਹੈ. join these two points. This is a O point. Suppose this angle is theta 1, this angle is theta 2. Okay, ਇਸ ਚੋਂ small element ਲੈ ਲਿਆ ਆਪਾਂ ਨੇ here, ਜਿਹਦੀ ਲੈਂਥ ਕਿੰਨੀ ਲੈ ਲਈ dl. ਇਸ ਪੁਆਇੰਟ ਤੋਂ ਜੋ P ਪੁਆਇੰਟ ਦੇ ਨਾਲ ਐਂਗਲ ਬਣ ਰਿਹਾ ਹੈ, suppose this angle is theta. ਔਰ ਇਸ ਕੰਡਕਟਰ ਦੇ ਵਿੱਚੋਂ suppose I ਕਰੰਟ ਫਲੋ ਕਰ ਰਿਹਾ ਹੈ, ਦੀ ਚਨ ਤੋਂ ਲੈਂਥ ਕਿੰਨੀ ਹੈਗੀ suppose L, ਇਸ ਪੁਆਇੰਟ ਤੱਕ ਸੌਰੀ. ਸੋ ਇਸ ਦੇ ਵਿੱਚ ਦੇਖੋ ਥਿਊਰੀ ਕੀ ਲਿਖੋਗੇ, ਲੈਟ ਅਸ ਕੰਸੀਡਰ ਆਪਾਂ ਨੇ ਸਟ੍ਰੇਟ ਵਾਇਰ ਲਿੱਤੀ AB, ਠੀਕ ਹੈ, ਜਿਸ ਦੇ ਵਿੱਚੋਂ I ਕਰੰਟ ਫਲੋ ਕਰ ਰਿਹਾ ਹੈ. P ਪੁਆਇੰਟ ਲਿੱਤਾ ਆਪਾਂ ਨੇ, ਜੋ ਕਿ P ਪੁਆਇੰਟ ਕਿੰਨੇ ਡਿਸਟੈਂਸ ਤੇ ਹੈਗਾ, A ਡਿਸਟੈਂਸ ਤੇ. ਥੋੜੀ ਡਾਇਗਰਾਮ ਕੰਪਲੈਕਸ ਬਣ ਗਈ, ਕਨਫਿਊਜ਼ ਨਾ ਹੋਇਓ. P to C ਪੁਆਇੰਟ ਜੋ ਡਿਸਟੈਂਸ ਹੈ ਦੈਟ ਇਜ਼ R, ਉਹ ਤੋਂ ਲੈ ਕੇ P ਤੱਕ ਦਾ ਡਿਸਟੈਂਸ ਹੈ ਉਹ A ਦਿੱਤਾ ਹੋਇਆ ਹੈ. ਸੋ ਇਹਦੇ ਵਿੱਚ ਸਮਾਲ ਐਲੀਮੈਂਟ ਲਿੱਤਾ ਆਪਾਂ ਨੇ, ਜਿਸਦੀ ਲੈਂਥ ਕਿੰਨੀ ਹੈ DL, ਜੋ ਕਿੰਨੇ ਡਿਸਟੈਂਸ ਤੇ ਹੈ R ਡਿਸਟੈਂਸ ਦੇ ਉੱਪਰ. ਸੋ ਇਹ ਸਾਰੇ ਲਿਖ ਲਿਓ ਡਿਸਟੈਂਸਿਸ. ਸੋ ਇਸ ਦੇ ਵਿੱਚ ਦੇਖੋ ਹੁਣ ਕੀ ਹੈਗਾ, ਬਾਰਟ-ਸੇਵਰਟ ਲਾਅ ਅਪਲਾਈ ਹੋਊਗਾ ਸੇਮ, ਕਿਉਂਕਿ ਬਾਰਟ-ਸੇਵਰਟ ਲਾਅ ਦੀ ਐਪਲੀਕੇਸ਼ਨ ਕਰ ਰਹੇ ਹਾਂ ਆਪਾਂ ਨੇ. ਕੀ ਫਾਈਂਡ ਕਰਨਾ ਹੈ, ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਹੈ ਇਸ ਸਟ੍ਰੇਟ ਵਾਇਰ ਕੈਰਿੰਗ ਕਰੰਟ ਕੰਡਕਟਰ ਦੇ ਕਾਰਨ, ਜਿਸ ਦੇ ਵਿੱਚ ਕਰੰਟ ਫਲੋ ਕਰ ਰਿਹਾ I. ਦੇਖੋ ਬਾਰਟ-ਸੇਵਰਟ ਲਾਅ ਦੀ ਐਕਸਪ੍ਰੈਸ਼ਨ ਆਪਣਾ ਕੀ ਸੀਗਾ, ਬਾਰਟ-ਸੇਵਰਟ ਲਾਅ ਨੇ ਕੀ ਕਿਹਾ ਸੀਗਾ ਕਿ ਜੋ ਮੈਗਨੈਟਿਕ ਫੀਲਡ ਹੈਗਾ ਸਮਾਲ ਐਲੀਮੈਂਟ ਦੇ ਕਾਰਨ ਜੋ ਮੈਗਨੈਟਿਕ ਫੀਲਡ ਹੈ that will be depends upon dl I 1/r square and sin of theta. ਸੋ ਅਗਰ ਸੇਮ ਟੂ ਸੇਮ ਇਹੀ ਲਾਅ ਆਪਾਂ ਇਸ ਦੇ ਵਿੱਚ ਅਪਲਾਈ ਕਰੀਏ ਤਾਂ ਆਪਣਾ ਐਕਸਪ੍ਰੈਸ਼ਨ ਬਾਰਟ-ਸੇਵਰਟ ਲਾਅ ਦੇ ਅਕੋਰਡਿੰਗ ਕੀ ਬਣੂਗਾ, dB is equals to mu naught upon